ਉਹ ਸਾਡੇ ਕਿਸਾਨੀ ਸੰਘਰਸ਼ ਦੀ ਮੌਜੂਦਾ ਹਾਲਤ ਜੋ ਉਹਦੇ ਬਾਰੇ ਤੇ ਭਵਿੱਖ ਦੀ ਰਣਨੀਤੀ ਬਾਰੇ, ਇਹ ਦੋ ਤਿੰਨ ਜਿਹੜੇ ਵਿਸ਼ੇ ਆ ਬੜੇ ਇੰਪੋਰਟੈਂਟ ਆ, ਬੜੇ ਖਾਸ ਆ, ਕਿਉਂਕਿ ਸਿਚੁਏਸ਼ਨ ਜਿਹੜੀ ਆ ਉਹ ਬੜੀ ਇਸ ਵੇਲੇ ਸਾਡੇ ਲਈ ਇਤਿਹਾਸਿਕ ਆ, ਆਪਾਂ ਇਹ ਕਹਿ ਸਕਦੇ ਹਾਂ। ਤੇ ਇਤਿਹਾਸਿਕ ਸਿਚੁਏਸ਼ਨ ਨੂੰ ਸਮਝ ਕੇ ਅਸੀਂ ਫਿਊਚਰ 'ਚ ਆਪਦੀ ਜੋ ਰਣਨੀਤੀ ਘੜਦੇ ਆ, ਇੱਕ ਫਿਊਚਰਿਸਟਿਕ ਅਪਰੋਚ ਜਿਹਨੂੰ ਕਹਿੰਦੇ ਆ, ਉਹ ਰੱਖ ਕੇ ਗੱਲਾਂ ਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਂਦਾ। ਅੱਜ ਹੋ ਸਕਦਾ ਗੱਲਬਾਤ ਆਪਾਂ ਥੋੜੀ ਬਹੁਤ ਲੰਬੀ ਕਰੀਏ, ਸਾਡੇ ਲਈ ਜ਼ਰੂਰੀ ਆ ਗੱਲਾਂ ਨੂੰ ਕਿਸੇ ਖਾਸ ਪਰਸਪੈਕਟਿਵ 'ਚ ਸਮਝਣਾ, ਕਿਉਂਕਿ ਕਈ ਵਾਰੀ ਗੱਲਾਂ ਸਾਡੇ ਸਮਝ ਨਹੀਂ ਆਉਂਦੀਆਂ ਤੇ ਅਸੀਂ ਜਿਸ ਤਰ੍ਹਾਂ ਦਾ ਫਿਰ ਸਾਰੇ ਪਾਸਿਓਂ ਇੱਕ ਬਿਰਤਾਂਤ ਰਚਿਆ ਜਾ ਰਿਹਾ ਹੁੰਦਾ ਉਹਦੇ 'ਚ ਹੀ ਬਹਿ ਜਾਂਦੇ ਆ। ਸੋ ਇਸ ਕਰਕੇ ਮੇਰਾ ਵੀ ਇੱਕ ਫਰਜ਼ ਇਹ ਬਣਦਾ ਸੀ ਵੀ ਮੈਂ ਜਿਹੜਾ ਇੱਕ ਪਰਸਪੈਕਟਿਵ ਸੰਗਤ ਸਾਹਮਣੇ ਲੈ ਕੇ ਆਵਾਂ, ਤੇ ਇਹ ਸੰਗਤ 'ਚ ਫੈਸਲਾ ਸੰਗਤ ਆਪ ਕਰੇ ਵੀ ਜੋ ਚੱਲ ਰਿਹਾ ਉਹ ਕਿਉਂ ਚੱਲ ਰਿਹਾ ਤੇ ਕਿਵੇਂ ਚੱਲਿਆ, ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਰਣਨੀਤੀ ਆ ਉਹ ਕੀ ਹੋਣੀ ਚਾਹੀਦੀ ਆ। ਸੋ ਇਹ ਕੁਝ ਗੱਲਾਂ ਆਪਾਂ ਇਹਦੇ ਤੇ ਕਰਦੇ ਹਾਂ। ਪਹਿਲੀ ਗੱਲ, ਸੰਘਰਸ਼ ਨੂੰ ਲੈ ਕੇ ਜੋ ਸਰਕਾਰ ਦਾ ਬਿਆਨ ਆਇਆ, ਅੱਜ ਕੈਬਨਿਟ ਨੇ ਇੱਕ ਫਾਰਮਰ ਰਿਪੀਲ ਬਿੱਲ, ਇੱਕ ਲਿਸਟ ਕੱਢੀ ਆ ਜਿਹਦੇ ਚ ਫਾਰਮਰ ਰਿਪੀਲ ਬਿੱਲ ਇੰਟਰੋਡਿਊਸ ਕਰ ਰਹੇ ਆ 29 ਤਰੀਕ ਨੂੰ ਐਜ਼ ਆਈਟਮ ਨੰਬਰ 1 ਇਨ ਦਾ ਪਾਰਲੀਮੈਂਟ। ਸੋ ਇਹਦਾ ਮਤਲਬ ਕੈਬਨਿਟ ਨੇ ਅਪਰੂਵ ਕਰਤਾ, ਮੋਰਲੈਸ ਇੱਕ ਐਲਾਨ ਹੋਣਾ ਹੁਣ 29 ਤਰੀਕ ਨੂੰ, ਤੇ ਜਿਹੜੇ ਕਾਨੂੰਨ ਆ ਇਹ ਜਿਹੜੇ ਫਾਰਮਰ ਲਾਅ ਬਣੇ ਸੀ ਉਹਨਾਂ ਨੂੰ ਉਹਤੇ ਰਿਪੀਲ ਕਰ ਦੇਣਗੇ। ਤਾਂ ਇਹਦੀ ਸਾਰੀ ਕੌਮ ਨੂੰ, ਸਿੱਖ ਪੰਥ ਨੂੰ, ਗੁਰੂ ਖਾਲਸਾ ਪੰਥ ਨੂੰ, ਕਿਸਾਨ ਜਥੇਬੰਦੀਆਂ ਨੂੰ, ਸਾਡੇ ਸੰਘਰਸ਼ੀ ਬੰਦਿਆਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਇੱਕ ਸਾਂਝੀ ਜਿਹੜੀ ਇੱਕ ਵਧਾਈ, ਉਹ ਬਹੁਤ ਜ਼ਰੂਰੀ ਆ ਵੀ ਅਸੀਂ ਇਸ ਗੱਲ ਨੂੰ ਸਮਝੀਏ ਵੀ ਕਿਸ ਤਰ੍ਹਾਂ ਅਸੀਂ ਇਹ ਸੰਘਰਸ਼ ਲੜਿਆ। ਦੇਖੋ, ਇਹ ਸਾਰਿਆਂ ਦਾ ਸਾਂਝਾ ਸੰਘਰਸ਼ ਸੀ। ਇਹ ਆਪਾਂ ਪਹਿਲੇ ਦਿਨ ਤੋਂ ਗੱਲ ਕਹਿੰਦੇ ਆ ਰਹੇ ਹਾਂ, ਸੰਘਰਸ਼ ਸਾਂਝਾ ਸੀ, ਪਰ ਸੰਘਰਸ਼ 'ਚ ਜਿਹੜਾ ਮੋਹਰੀ ਦਸਤਾ ਸੀ, ਹਰਾਵਲ ਦਸਤਾ, ਜਾਂ ਜਿਹਨੂੰ ਕਹਿ ਲਈਏ ਡਰਾਈਵਿੰਗ ਫੋਰਸ, ਉਹ ਸਿੱਖ ਰਹੇ ਆ। ਇਹ ਗੱਲ ਪ੍ਰਤੱਖ ਹੋ ਗਈ ਵੀ ਮੋਹਰੀ ਦਸਤਾ ਜਾਂ ਡਰਾਈਵਿੰਗ ਫੋਰਸ ਸਿੱਖ ਸਪਿਰਿਟ ਨਾਲ ਇਹ ਸੰਘਰਸ਼ ਲੜਿਆ ਗਿਆ। ਇਹ ਤੇ ਤੋਂ ਆਪਾਂ ਦੇਖ ਲਈਏ ਵੀ ਜਿੱਦਾਂ ਅਸੀਂ 26 ਨਵੰਬਰ ਨੂੰ 1 ਸਾਲ ਹੋਣ ਵਾਲਾ ਹੋ ਗਿਆ, 2-4 ਦਿਨਾਂ 'ਚ 1 ਸਾਲ ਹੋ ਜਾਣਾ, ਤੁਰੇ ਆ, ਤੇ ਪਹਿਲਾ ਟਰੈਕਟਰ ਜਿਹੜਾ ਲੀਡ ਕਰ ਰਿਹਾ ਦਿੱਲੀ ਵੱਲ ਨੂੰ, ਉਹਦੇ ਤੇ ਸੰਤਾਂ ਦੀ ਫੋਟੋ ਲੱਗੀ ਆ ਤੇ ਜਕਾਰੇ ਲੱਗਦੇ ਜਾ ਰਹੇ ਆ, ਹਨਾ। ਤੇ ਜਿਹੜੇ ਗਾਣੇ ਸੁਣ ਲਓ ਹੁਣ, ਜਿਹੜੇ ਸਾਡੇ ਗਾਣੇ ਸੀ ਵੀ ਸੰਤਾਂ ਦੀ ਤਸਵੀਰ ਡਰਾਉਂਦੀ ਆ ਜਿਹੜੀ ਦੁਸ਼ਮਣ ਨੂੰ, ਇਹੋ ਜਿਹੇ ਗਾਣੇ ਲੱਗ ਰਹੇ ਆ, ਤੇ ਬੈਰੀਕੇਡ ਟੁੱਟਦੇ ਜਾ ਰਹੇ ਆ, ਜਿਵੇਂ ਐਨ ਤੀਲਿਆਂ ਵਾਂਗੂ ਉੱਟਦੇ ਜਾ ਰਹੇ ਆ, ਜਿਹੜੀ ਬੈਰੀਕੇਡ ਤੇ ਸਰਕਾਰ ਨੇ ਲੱਖਾਂ ਪੈਸੇ ਲਾਏ ਸੀ। ਹੁਣ ਉਦੋਂ ਬਾਅਦ 26 ਨਵੰਬਰ ਨੂੰ ਜਿਵੇਂ ਉੱਥੇ ਉਹ ਸੰਘਰਸ਼ੀ ਬੰਦੇ ਜਿਨ੍ਹਾਂ ਨੇ ਦਿੱਲੀ ਨਾਲ ਸਿੱਧਾ ਮੱਥਾ ਲਾਇਆ ਜਾ ਕੇ, ਉਹ ਲੈ ਗਏ ਤੇ ਉੱਥੇ ਜਾ ਕੇ ਉਸੇ ਟਰੈਕਟਰ ਤੇ ਫਿਰ ਸਟੇਜ ਲਾਤੀ। ਹੁਣ ਉਦੋਂ ਬਾਅਦ ਦੀ ਗੱਲ ਦੇਖੀਏ, ਜਿਵੇਂ ਲੰਗਰ ਵਰਤੇ, ਜਿਵੇਂ ਅਰਦਾਸਾਂ ਹੋਈਆਂ, ਜਿਵੇਂ ਉੱਥੋਂ ਨਿਤਨੇਮ ਹੋਏ, ਜਿਵੇਂ ਰਾਤ ਨੂੰ ਪਹਿਰੇ ਲੱਗਦੇ ਸੀ, ਅਸੀਂ ਆਪ ਜਾਂਦੇ ਹੁੰਦੇ ਸੀ ਪਹਿਰਿਆਂ ਤੇ ਐਨ ਜਮਾ ਪਿੱਛੋਂ ਜਿੱਥੇ ਆਪਣਾ ਮੋਰਚਾ ਸੀ, ਮੈਨੂੰ ਲੱਗਦਾ ਉੱਥੋਂ ਸਟੇਜ 2.5-3 ਕਿਲੋਮੀਟਰ ਦੂਰ ਸੀ, ਤੇ ਸਾਡੇ ਮੁੰਡੇ ਨਾਮ ਜਪਦੇ, ਸਤਨਾਮ ਵਾਹਿਗੁਰੂ ਦਾ ਨਾਮ ਜਪਦੇ, ਉੱਥੋਂ ਤੱਕ ਧੁਰਤਾਂ ਹੀ ਪਹਿਰਾ ਦੇ ਕੇ ਵਾਪਸ ਆਉਂਦੇ, ਤੇ ਜਿਹੜਾ ਸ਼ਬਦ ਚੱਲਦੇ ਉਹਦੇ 'ਚ ਵੀ ਸਿਰਫ 10ਵੇਂ ਪਾਤਸ਼ਾਹ ਦਾ ਜ਼ਿਕਰ, ਉਹਦੇ 'ਚ ਗੁਰੂ ਖਾਲਸਾ ਪੰਥ ਦਾ ਜ਼ਿਕਰ। ਸੋ ਜਿਹੜੀ ਸਪਿਰਿਟ ਲੜ ਰਹੀ ਸੀ ਨਾ, ਇਹ ਇੱਕ ਸਿੱਖ ਸਪਿਰਿਟ ਇਸ ਮੋਰਚੇ ਨੂੰ ਲੜ ਰਹੀ ਸੀ। ਇਹਦੇ ਗੱਲ ਆਪਾਂ ਵਾਰ-ਵਾਰ ਕੀਤੀ ਆ, ਇਹ ਗੱਲ ਸਾਡੇ ਲਈ ਸਮਝਣੀ ਬੜੀ ਜ਼ਰੂਰੀ ਆ, ਤੇ ਆਪਾਂ ਲੌਜਿਕ 'ਚ ਸਮਝਾਂਗੇ। ਜਦੋਂ ਮੋਦੀ ਸਰਕਾਰ ਨੇ 1 ਸਾਲ ਅੜੇ ਰਹੇ, ਹੋ 1 ਸਾਲ ਸਾਨੂੰ ਗਲਤ ਕਹਿੰਦੇ ਰਹੇ, ਬੜਾ ਵੱਡਾ ਪ੍ਰਚਾਰ ਕੀਤਾ, ਨੈਸ਼ਨਲ ਮੀਡੀਆ ਨੇ ਸਾਡੇ ਅਗੇਂਸਟ ਪ੍ਰਚਾਰ ਕੀਤਾ, ਬੜੇ ਤਰ੍ਹਾਂ ਦੇ ਸਾਡੇ ਤੇ ਉਹਨਾਂ ਨੇ ਲੇਬਲ ਲਾਏ, ਪਰ 1 ਸਾਲ ਬਾਅਦ ਆ ਕੇ ਗੁਰਪੁਰਬ ਵਾਲੇ ਦਿਨ, ਇਹ ਦਿਨ 15 ਅਗਸਤ ਵੀ ਹੋ ਸਕਦਾ ਸੀ, ਇਹ ਦਿਨ ਦੀਵਾਲੀ ਦਾ
दिन भी हो सकता सी। जे आपां कह लईए भी राष्ट्रवाद एक जज्बे की गल करते तो फिर 15 अगस्त नूं कर दिंदे, है ना। या आपां ये कह लईए जिहड़ी एक दिवाली साझा तिहार आ सारिआं दा, एक मेजोरिटी आ जिहड़ी अपनी इत्थे ਉਹ दिवाली इस तरह मनाउंदी आ भी एक हिंदुआं दा तिहार आ, हालांकि सारिआं दा साझा तिहार आ, तो फिर दिवाली ते मेजोरिटी नूं खुश कीता जा सकदा सी। ना 15 अगस्त चुनी गई, ना दिवाली चुनी गई, चुनिया गया गुरपुरब गुरु नानक साहब दा प्रकाश दिहाड़ा। सो ਇਹਦਾ मतलब की आ? ਇਹਦਾ मतलब ਇਹ ਆ ਵੀ ਜੋ ਐਂਟੀ ਸਟੇਟ, ਇਹ ਜਦੋਂ ਕਿਸੇ ਚੰਗੇ ਸੁਪਰੀਮ ਕੋਰਟ ਦੇ ਜੱਜ ਨੇ ਵੀ ਇਹ ਗੱਲ ਕਹੀ ਆ ਵੀ ਸਟੇਟ ਜਦੋਂ ਕੁਰਾਹੇ ਪੈ ਜਾਂਦੀ ਆ ਜਾਂ ਗਲਤ ਫੈਸਲੇ ਲੈਂਦੀ ਆ ਤੇ ਉਹਦੇ ਸਿਟੀਜ਼ਨਸ ਦਾ, ਸਟੇਟ ਦੇ ਕੁਝ ਸਿਟੀਜ਼ਨਸ ਦਾ ਇਹ ਫਰਜ਼ ਬਣਦਾ ਵੀ ਸਟੇਟ ਨੂੰ ਸਹੀ ਰਾਹ ਤੇ ਲੈ ਕੇ ਆਵੇ, ਤੇ ਉਹ ਫਰਜ਼ ਨਿਭਾਇਆ ਸਿੱਖਾਂ ਨੇ। ਸਿੱਖਾਂ ਨੇ ਸਟੇਟ ਦੇ ਵਿਰੁੱਧ ਇੱਕ ਜਿਹੜਾ ਨੈਰੇਟਿਵ ਖੜਾ ਕਰਕੇ, ਬਿਰਤਾਂਤ ਖੜਾ ਕਰਕੇ ਲੜਾਈ ਲੜੀ ਆ। ਤੁਸੀਂ ਸਾਰੇ ਗਾਣੇ ਦੇਖ ਲਓ, ਦਿੱਲੀ ਨੂੰ ਐਂ ਸੰਬੋਧਨ ਕਰਦੇ ਰਹੇ ਜਿਵੇਂ ਪਤਾ ਨਹੀਂ ਸਦੀਆਂ ਦਾ ਵੈਰ ਹੁੰਦਾ ਸਾਡਾ। ਤੇ ਉਹ ਜਜ਼ਬਾ ਜਿਹਨੂੰ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਵੀ ਲੜਾਈ ਸਬਕੌਂਸ਼ੀਅਸ ਚੋਂ ਲੜੀ ਜਾ ਰਹੀ ਆ, ਇਹ ਲੜਾਈ ਅਵਚੇਤਨ ਮਨ ਚੋਂ ਲੜੀ ਜਾ ਰਹੀ ਆ। ਇਹ ਜਜ਼ਬਾ ਵੀ ਸਾਡਾ ਉਸ ਅਵਚੇਤਨ ਮਨ ਚੋਂ ਉੱਠਿਆ, ਕਿਉਂਕਿ ਚੇਤਨ ਮਨ ਚ ਤਾਂ ਅਸੀਂ ਪਰਿਵਾਰ ਸਾਡਾ ਹੋਊ ਕਿ ਸਾਡੇ ਕਾਰੋਬਾਰ ਬੰਦ ਹੋ ਜਾਣਗੇ, ਇਹ ਸਭ ਕੁਝ ਆਪਾਂ ਸੋਚਣ ਲੱਗ ਜਾਂਦੇ ਆ। ਪਰ ਜਦੋਂ ਜਿਹੜੇ ਚਿਣਗ, ਜਿਹੜੇ ਜਜ਼ਬੇ ਦੀ ਗੱਲ ਕਰਦੇ ਆ, ਉਹ ਅਵਚੇਤਨ ਮਨ ਚ ਪਿਆ, ਜਿਹੜੀ ਚਿਣਗ ਗੁਰੂ ਸਾਹਿਬ ਨੇ ਸਾਡੇ ਅੰਦਰ ਲਾਈ ਆ। ਸੋ ਅਸੀਂ ਜਦੋਂ ਦਿੱਲੀ ਨਾਲ ਲੜੇ ਆ, ਉਸ ਅਵਚੇਤਨ ਮਨ ਚੋਂ ਹੀ ਲੜੇ ਆ, ਉਸ ਜਜ਼ਬੇ ਦੇ ਥਰੂ ਲੜੇ ਆ। ਸੋ ਇਸ ਕਰਕੇ ਉਹ ਜਜ਼ਬਾ ਜੋ ਇੱਥੇ ਹਰਾਵਲ ਦਸਤੇ ਨੇ ਦਿਖਾਇਆ, ਇਹ ਜਜ਼ਬਾ ਸਟੇਟ ਨੇ ਵੀ ਪਛਾਣਿਆ। ਸਟੇਟ ਨੇ ਇਹ ਗੱਲ ਭਲੀ ਭਾਂਤੀ ਪਛਾਣੀ ਵੀ ਜਿਹੜਾ ਨੈਰੇਟਿਵ ਇੱਥੇ, ਕਿਉਂਕਿ ਇਟ ਵਾਜ਼ ਅ ਵਾਰ ਆਫ ਨੈਰੇਟਿਵਸ, ਇਹ ਗੱਲ ਸਮਝ ਲਈਏ ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਜਿਹੜੀ ਲੜਾਈ ਆ ਨਾ, ਇਹ ਬਿਰਤਾਂਤ ਦੀ ਲੜਾਈ ਆ। ਵਾਰ ਆਫ ਨੈਰੇਟਿਵਸ ਚ ਆਪਾਂ ਸਟੇਟ ਦੇ ਨੈਰੇਟਿਵ ਨੂੰ ਧੱਕ ਕੇ ਲੈ ਗਏ, ਐਨ ਖੂੰਜੇ ਲਾਤਾ ਉਹਨੂੰ। ਇਸ ਗੱਲ ਚ ਸਾਡਾ ਜਿਹੜਾ ਡਾਇਸਪੋਰਾ ਬੈਠਾ, ਜਿਹੜਾ ਕਿ ਬੜਾ ਸਟਰੋਂਗ ਆ, ਇਹ ਬੜੀ ਵੱਡੀ ਆਪਣੀ ਪ੍ਰਾਪਤੀ ਆ ਵੀ ਜਿਹੜੇ ਸਾਡੇ NRI, ਸਾਡਾ ਡਾਇਸਪੋਰਾ ਬੈਠਾ ਨਾ, ਉਹਨਾਂ ਨੇ ਜੋ ਰੋਲ ਇਸ ਸੰਘਰਸ਼ ਚ ਨਿਭਾਇਆ ਉਹ ਬਾਕਮਾਲ ਆ, ਬਹੁਤ ਵੱਡੀ ਪ੍ਰਾਪਤੀ ਆ ਇਸ ਗੱਲ ਦੀ। ਸੋ ਡਾਇਸਪੋਰਾ ਨੇ ਵੀ ਇਸ ਚ ਬਹੁਤ ਵੱਡਾ ਰੋਲ ਨਿਭਾਇਆ। ਅਸੀਂ ਆਪਦਾ ਨੈਰੇਟਿਵ ਖੜਾ ਕਰਕੇ, ਸਟੇਟ ਦੇ ਉਲਟ ਖੜਾ ਕਰਕੇ, ਇਸ ਗੱਲ ਦਾ ਪ੍ਰਤੱਖ ਜਿਹੜਾ ਆਪਾਂ ਨੂੰ ਐਗਜ਼ਾਮਪਲ ਆ ਉਹ ਮਿਲ ਜਾਂਦਾ ਜਦੋਂ ਮੇਘਾਲਿਆ ਦੇ ਜਨਰਲ ਨੇ ਇਹ ਗੱਲ ਕਹੀ ਸੀ ਨਾ, ਗਵਰਨਰ ਨੇ, ਸੌਰੀ, ਜਦੋਂ ਮੇਘਾਲਿਆ ਦੇ ਗਵਰਨਰ ਨੇ ਇਹ ਗੱਲ ਕਹੀ ਵੀ ਮੈਂ ਮੋਦੀ ਸਾਹਿਬ ਨੂੰ ਮਿਲਣ ਗਿਆ, ਉਹਨਾਂ ਨੂੰ ਮੈਂ ਕਿਹਾ ਵੀ ਸਿੱਖਾਂ ਨੂੰ ਖਾਲੀ ਹੱਥ ਨਾ ਭੇਜੋ, ਵੀ ਇਹ 300 ਸਾਲ ਤੱਕ ਨਹੀਂ ਭੁੱਲਦੇ। ਅਗਲੀ ਗੱਲ ਉਹਨਾਂ ਨੇ ਕਹੀ ਵੀ 2 ਆਰਮਡ ਫੋਰਸਿਸ ਦੇ, ਇਹ ਬਹੁਤ ਇੰਪੋਰਟੈਂਟ ਗੱਲ ਹੈ, ਇਹਨੂੰ ਦੇਖਿਓ ਤੇ ਸਮਝਿਓ, 2 ਆਰਮਡ ਫੋਰਸਿਸ ਦੇ ਜਨਰਲਸ ਆ ਜਿਹੜੇ, ਉਹਨਾਂ ਨੇ ਵੀ ਇਹ ਗੱਲ ਆ ਕੇ ਕਹੀ ਪ੍ਰਾਈਮ ਮਿਨਿਸਟਰ ਨੂੰ ਵੀ ਇਸ ਅੰਦੋਲਨ ਦਾ ਜਿਹੜਾ ਅਸਰ ਆ ਉਹ ਆਰਮਡ ਫੋਰਸਿਸ ਚ ਜਿਹੜੇ ਸਿੱਖ ਆ ਉਹਨਾਂ ਤੇ ਵੀ ਪੈ ਰਿਹਾ। ਸੋ ਤੁਸੀਂ ਸਮਝੋ, ਜਿਹੜੀ ਸਟੇਟ ਆ ਨਾ, ਉਹਨੇ ਇਹ ਗੱਲ ਸਰਕਾਰ ਨੂੰ ਸਮਝਾਈ ਵੀ ਜੇ ਸਟੇਟ ਰਹੂਗੀ ਤਾਂ ਤੂੰ ਰਹੇਗਾ। ਸਾਡੇ ਲਈ ਇਸ ਟਾਈਮ ਸਟੇਟ ਕਰਾਫਟ ਨੂੰ ਸਮਝੋ, ਮਾਹੌਲ ਨੂੰ ਠੀਕ ਰੱਖਣਾ ਜ਼ਰੂਰੀ ਆ, ਤੇ ਇਹ ਗੱਲ ਸਹੀ ਵੀ ਆ। ਮਾਹੌਲ ਇਸ ਕਰਕੇ ਉਹਨਾਂ ਨੇ ਬੜਾ ਸੋਚ ਸਮਝ ਕੇ ਉਸ ਦਿਨ ਫੈਸਲਾ ਲਿਆ, ਜਿਸ ਦਿਨ ਇਸ਼ਾਰਾ ਉਹਨਾਂ ਬੰਦਿਆਂ ਨੂੰ ਦੇਣਾ ਸੀ ਜਿਹੜੇ ਬੰਦਿਆਂ ਨੇ ਇਹ ਸੰਘਰਸ਼ ਲੜਿਆ, ਜਿਹੜੀ ਸਪਿਰਿਟ ਨੇ ਇਹ ਸੰਘਰਸ਼ ਲੜਿਆ। ਹੁਣ ਉਹ ਸਪਿਰਿਟ ਅਸੀਂ ਸਾਂਝੇ ਤੌਰ ਤੇ ਦਿਖਾਈ ਆ। ਜਦੋਂ 3 ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਈ ਤਾਂ ਇੱਕ ਗੱਲ ਮੈਂ ਨੋਟਿਸ ਕੀਤੀ ਵੀ ਸਾਡੇ ਜਿਹੜੇ ਕਿਸਾਨ ਲੀਡਰ ਆ ਨਾ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਵੀ ਉਹਨਾਂ ਨੇ ਬੜੇ ਹੀ ਇੱਕ ਜਿਹੜੇ ਕਹਿੰਦੇ ਆ ਨਾ ਵੀ ਖੁਸ਼ੀ ਹੋਣੀ ਚਾਹੀਦੀ ਸੀ। ਚਲੋ ਅਸੀਂ ਆਪਦਾ ਜਸ਼ਨ ਉਦਾਂ ਹੀ ਮਨਾਵਾਂਗੇ ਜਿੱਦਾਂ ਪਾਰਲੀਮੈਂਟ ਚ ਰੱਦ ਹੋ ਗਏ, ਠੀਕ ਆ, ਪਰ ਖੁਸ਼ੀ ਹੋਣੀ ਚਾਹੀਦੀ। ਉਹਨਾਂ ਦੇ ਚਿਹਰਿਆਂ ਤੋਂ ਖੁਸ਼ੀ ਨਹੀਂ ਪ੍ਰਗਟ ਹੋਈ। ਹੁਣ ਇਹ ਗੱਲ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਖੁਸ਼ ਹੋ ਇਸ ਗੱਲ ਤੇ ਵੀ ਗੁਰੂ ਨਾਨਕ ਸਾਹਿਬ ਦੀ ਜਾਂ ਬਾਬੇ ਨਾਨਕ ਨੇ ਕਲਾ ਵਰਤਾਈ ਹੈ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਸੀ ਹਮੇਸ਼ਾ, ਤੇ ਇਸ ਗੱਲ ਨੂੰ ਐਕਸੈਪਟ ਕਰੋ। ਤੁਸੀਂ ਵੀ ਤਾਂ ਪੰਥ ਦਾ ਹਿੱਸਾ ਹੋ, ਤੁਸੀਂ ਵੀ ਤਾਂ ਸਿੱਖਾਂ ਦੇ ਘਰਾਂ ਚ ਜੰਮੇ ਹੋ ਨਾ, ਤੁਸੀਂ ਕਿਹੜਾ ਪੰਥ ਤੋਂ ਬਾਹਰ ਹੋ। ਸੋ ਇਸ ਕਰਕੇ ਸਾਡੀ ਸਾਂਝੀ ਵਿਕਟਰੀ ਆ,
ਅਸੀਂ ਸਾਂਝੇ ਤੌਰ ਤੇ ਇਹ ਮੋਰਚਾ ਲੜਿਆ, ਸਿੱਖ ਸਪਿਰਿਟ ਨੇ ਇਹ ਮੋਰਚਾ ਲੜਿਆ, ਗੁਰੂ ਖਾਲਸਾ ਪੰਥ ਦੀ ਵਿਕਟਰੀ ਆ, ਗੁਰੂ ਸਾਹਿਬ ਦੀ ਮਿਹਰ ਹੋਈ, ਇਸ ਗੱਲ ਨੂੰ ਪਛਾਣੀਏ ਆਪਾਂ। ਅਗਲੀ ਗੱਲ, ਜੇ ਅਸੀਂ ਇਸ ਸਰਕਾਰ ਨੂੰ ਕਿਹੜਾ ਨਹੀਂ ਜਾਣਦੇ, ਅਸੀਂ ਭੁੱਲੇ ਆ ਇਸ ਸਰਕਾਰ ਨੂੰ। JNU ਦਾ ਸੰਘਰਸ਼ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਸੀ ਸਾਨੂੰ ਸਾਰਿਆਂ ਨੂੰ ਪਤਾ, ਹਨਾ। ਉਸ ਤੋਂ ਬਾਅਦ ਸ਼ਾਹੀਨ ਬਾਗ ਦਾ ਸੰਘਰਸ਼ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਸੀ ਸਾਨੂੰ ਸਾਰਿਆਂ ਨੂੰ ਪਤਾ। ਸੋ ਇਹ ਸੰਘਰਸ਼ ਫੇਰ ਜਿਵੇਂ ਆਰਟੀਕਲ ਲਿਖੇ ਗਏ ਆ ਵੱਡੇ ਵੱਡੇ ਨਿਊਜ਼ਪੇਪਰਾਂ 'ਚ ਵੀ ਸਿੱਖਸ ਹੈਵ ਡਿਫੀਟਡ ਦਿੱਲੀ ਵਾਂਸ ਅਗੇਨ। ਸੀ ਦੇਖੋ, ਤੁਸੀਂ ਗੱਲਾਂ ਨੂੰ ਪਛਾਣੋ। ਜਦੋਂ ਤੱਕ ਅਸੀਂ ਇਸ ਵਿਕਟਰੀ ਨੂੰ ਪਛਾਣਾਂਗੇ ਨਹੀਂ ਤੇ ਅਸੀਂ ਨਫ਼ਰਤ ਨੂੰ ਆਪਦੇ ਦਿਲਾਂ ਚੋਂ ਕੱਢ ਕੇ, ਕਿਸਾਨ ਲੀਡਰਾਂ ਨੂੰ ਮੇਰੀ ਬੇਨਤੀ ਆ ਵੀ ਨਫ਼ਰਤ ਨੂੰ ਆਪਦੇ ਦਿਲਾਂ ਚੋਂ ਕੱਢ ਕੇ ਫੈਸਲੇ ਲਓ। ਹੁਣ ਅਗਲੇ ਜਿਹੜੇ ਫੈਸਲੇ ਲਾਉਂਗੇ ਉਹ ਕਿਸਾਨਾਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਲਿਓ, ਕਿਤੇ ਆਪਦੀ ਪੋਲਿਟਿਕਸ ਐਡਵਾਂਸ ਕਰਨ ਦੇ ਚੱਕਰ 'ਚ ਨਾ ਪੈ ਜਿਓ। ਫੇਰ ਜਿੱਤੀ ਜਿਤਾਈ ਖੇਡ ਆ ਜਿਹੜੀ ਉਹ ਸਾਰੀ ਵਿਗਾੜ ਬੈਠੋਗੇ। ਸੋ ਇਹ ਤਾਂ ਮੇਰੀ ਬੇਨਤੀ ਆ, ਕਿਉਂਕਿ ਮੇਰੇ ਤੇ ਬੜੇ ਤੁਸੀਂ ਇਲਜ਼ਾਮ ਲਾਉਣੇ ਹੋ। ਜਦੋਂ ਵੀ ਮੈਂ ਕੋਈ ਸਵਾਲ ਕਰਦਾ ਤਾਂ ਜਿਹੜਾ ਵੀ ਮੋਰਚੇ ਨੂੰ ਸਵਾਲ ਕਰਦਾ ਸੀ ਉਹ ਮੋਰਚੇ ਨੂੰ ਦੋ ਫਾੜ ਕਰਨ ਵਾਲੀ ਗੱਲ ਕਰਦਾ ਸੀ। ਇਹ ਇੱਕ ਪਰਸੈਪਸ਼ਨ ਬਣਾਤੀ ਸੀ। ਹੁਣ ਤਾਂ ਅਸੀਂ ਜਿੱਤੇ ਬੈਠੇ ਆ, ਹੁਣ ਤਾਂ ਮੈਂ ਤੁਹਾਨੂੰ ਗੱਲਾਂ ਕਰ ਸਕਦਾ, ਤੁਹਾਡੇ ਨਾਲ ਰੂਬਰੂ ਹੋ ਸਕਦਾ। ਨਾ ਹੀ ਕ੍ਰੈਡਿਟ ਵਾਰ 'ਚ ਪਿਓ, ਨਾ ਹੀ ਕੋਈ ਆਪਦੀ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਪੋਲੀਟੀਕਲ ਆਪਦੀ ਜਿਹੜੀ ਜਾਂ ਕਹਿ ਲਈਏ ਰਾਜਸੀ ਜ਼ਮੀਨ ਤਲਾਸ਼ਿਓ। ਸੰਗਤ ਨੇ ਆਪੇ ਨਵਾਜ਼ ਦੇਣੀ ਆ, ਕਿਸੇ ਮਾਈਲੇਜ ਜਾਂ ਕ੍ਰੈਡਿਟ ਵਾਰ ਦੀ ਜ਼ਰੂਰਤ ਨਹੀਂ। ਕਿਸੇ ਤਰ੍ਹਾਂ ਦੀ ਸਾਨੂੰ ਪੋਲੀਟੀਕਲ ਜਿਹੜੀ ਇੱਕ ਆਪਦੀ ਕਹਿ ਲਈਏ ਆਪਾਂ ਵੀ ਅਸੀਂ ਆਪਦੀ ਹਨਾ ਇੱਕ, ਹਾਂਜੀ ਵਿੱਚ ਦੀ ਫੋਨ ਆ ਗਿਆ ਸੀ। ਸੋ ਕਿਸੇ ਪੋਲੀਟੀਕਲ ਜ਼ਮੀਨ ਤਲਾਸ਼ਣ ਦੀ ਜ਼ਰੂਰਤ ਨਹੀਂ। ਜਿਹੜਾ ਵੀ ਕੋਈ ਡੈਸਪਰੇਸ਼ਨ ਦਿਖਾਊਗਾ ਉਹਨੂੰ ਸੰਗਤ ਨੇ ਪਾਸੇ ਕਰ ਦੇਣਾ। ਕੋਈ ਸਾਨੂੰ ਨਾ ਤਾਂ ਕ੍ਰੈਡਿਟ ਲੈਣ ਦੀ ਜ਼ਰੂਰਤ ਆ, ਸਾਡਾ ਸਾਂਝਾ ਮੋਰਚਾ, ਸਾਡੀ ਸਾਂਝੀ ਵਿਕਟਰੀ ਆ। ਅਗਲੀ ਗੱਲ, ਜੋ ਇੱਥੇ ਮੀਡੀਆ ਦਾ ਰੋਲ ਰਿਹਾ, ਨੈਸ਼ਨਲ ਮੀਡੀਆ ਦਾ, ਰਾਈਟ ਵਿੰਗ ਜਾਂ ਪੇਡ ਮੀਡੀਆ ਦਾ ਰੋਲ ਤਾਂ ਬਹੁਤ ਹੀ ਮਾੜਾ ਰਿਹਾ। ਕਿਉਂਕਿ ਉਹਨਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਨਾ, ਮੀਡੀਆ ਦਾ ਕੀ ਰੋਲ ਹੁੰਦਾ, ਮੀਡੀਆ ਦਾ ਰੋਲ ਹੁੰਦਾ ਵੀ ਜਿਹੜੇ ਮਸਲੇ ਆ ਉਹਨਾਂ ਦੀ ਜੋ ਇਨਫੋਰਮੇਸ਼ਨ ਆ ਉਹਨਾਂ ਨੂੰ ਹੂਬਹੂ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਲੋਕ ਉਹਦਾ ਹੱਲ ਕੱਢ ਸਕਣ ਜਾਂ ਉਹਦਾ ਹੱਲ ਨਿਕਲ ਸਕੇ। ਜਦੋਂ ਕਿਸੇ ਤਰ੍ਹਾਂ ਦੀਆਂ ਮੀਟਿੰਗਸ ਹੋਣ ਉੱਥੇ ਹੱਲ ਨਿਕਲ ਸਕੇ। ਪਰ ਮੀਡੀਆ, ਨੈਸ਼ਨਲ ਮੀਡੀਆ ਨੇ ਐਡਾ ਕੂੜ ਪ੍ਰਚਾਰ ਕੀਤਾ, ਮਿਸ ਇਨਫੋਰਮੇਸ਼ਨ ਸਪਰੈਡ ਕੀਤੀ, ਹਨਾ। ਇੱਕ ਅੰਗਰੇਜ਼ੀ ਦੀ ਕਹਾਵਤ ਆ, ਇਟਸ ਬੈਟਰ ਟੂ ਬੀ not informed than misinformed। ਸੋ ਇਹੀ ਆਪਾਂ ਗੱਲ ਇਹ ਕਰਦੇ ਆ ਵੀ ਇਹ ਚੰਗਾ ਰਹਿੰਦਾ ਵੀ ਸਾਨੂੰ ਇਨਫੋਰਮੇਸ਼ਨ ਨਾ ਮਿਲੇ ਰਾਦਰ ਦੈਨ ਵੀ ਸਾਨੂੰ ਮਿਸ ਇਨਫੋਰਮੇਸ਼ਨ ਮਿਲੇ। ਸਾਨੂੰ ਨੈਸ਼ਨਲ ਮੀਡੀਆ ਨੇ ਮਿਸ ਇਨਫੋਰਮੇਸ਼ਨ ਦਿੱਤੀ। ਅੱਜ ਇਹ ਵੀ ਪ੍ਰਤੱਖ ਹੋ ਗਈ ਗੱਲ ਵੀ ਉਹਨਾਂ ਨੇ ਬਹੁਤ ਇਹੋ ਜਿਹੇ ਅਕਾਊਂਟ ਸਸਪੈਂਡ ਕਰਤੇ ਜਿਹੜੇ ਅਕਾਊਂਟਾਂ ਤੋਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ। ਇਹ ਵੇਖ ਲਓ, ਪ੍ਰਤੱਖ ਹੋ ਗਈ ਗੱਲ। ਔਰ ਉਹ ਬਹੁਤ ਵੱਡੇ ਵੱਡੇ ਪੇਜ ਤੇ ਵੱਡੇ ਵੱਡੇ ਅਕਾਊਂਟ ਸੀ, ਟਵਿੱਟਰ ਤੇ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ। ਇਹ ਗੱਲ ਦਾ ਇਹਦਾ ਅਸਰ ਕੀ ਹੋਇਆ ਵੀ ਸਿੱਖਾਂ ਨੂੰ ਇੱਕ ਟਾਈਮ ਨੈਸ਼ਨਲ ਮੀਡੀਆ ਨੇ ਬਦਨਾਮ ਕਰਨ ਦੀ ਤਾਂ ਕੋਸ਼ਿਸ਼ ਕੀਤੀ, ਜਿਹੜਾ ਪੇਡ ਰਾਈਟ ਵਿੰਗ ਮੀਡੀਆ ਸੀ, ਗੋਦੀ ਮੀਡੀਆ ਸੀ। ਪਰ ਇਹਦੇ ਨਾਲ ਨਾਲ ਆ ਜਿਹੜੇ ਅਦਾਰੇ ਪੰਜਾਬ ਦੇ ਆ, ਰੋਜ਼ਾਨਾ ਸਪੋਕਸਮੈਨ, ਹੋਰ ਜਿਹੜੇ ਅਦਾਰੇ ਆ ਪੰਜਾਬ ਦੇ, ਇਹਨਾਂ ਨੇ ਵੀ ਸਿੱਖਾਂ ਤੇ ਅਟੈਕ ਵਿੱਢਿਆ। ਇਹਨਾਂ ਨੇ ਇਹੋ ਜਿਹੇ ਬੰਡਿਆਂ ਦੀਆਂ ਮੀਟਿੰਗਾਂ ਇੰਟਰਵਿਊਆਂ ਕਰਾਈਆਂ ਵੀ ਲੜੀ ਚਲਾਤੀ। ਔਰ ਮੇਰੇ ਵਿਰੁੱਧ ਤਾਂ ਲੜੀਓ ਚਲਾਤੀ ਵੀ ਕਦੇ ਕੋਈ ਸਿੱਖ ਕਾਕਸ ਨਾਲ ਮਿਲਾ ਦਿੰਦਾ ਸੀ, ਕਦੇ ਕੋਈ BJP ਨਾਲ ਮਿਲਾ ਦਿੰਦਾ ਸੀ, ਕਦੇ RSS ਦਾ ਪਲਾਂਟਡ ਬਣਾ ਦਿੰਦੇ ਸੀ। ਇਹਨਾਂ ਨੇ ਐਡਾ ਵੱਡਾ ਪ੍ਰੋਪੇਗੈਂਡਾ ਚਲਾਇਆ। ਇਹਨਾਂ ਨੇ ਫਿਰ ਇੱਕ ਗੱਲ ਹੋਰ ਬਹੁਤ ਵੱਡੀ ਕਹੀ, ਜਿਹੜੀ ਹੁਣ ਕੁਛ ਆਗੂ ਹਜੇ ਤੱਕ ਕਹਿ ਰਹੇ ਆ ਵੀ ਇਹ ਧਰਮ ਦਾ ਅੰਦੋਲਨ ਨਹੀਂ ਆ, ਇਹਨੂੰ ਧਾਰਮਿਕ ਰੰਗਤ ਨਾ ਦਿਓ। ਇੱਕ ਗੱਲ ਆਪਾਂ ਆਗੂਆਂ ਤੋਂ ਪੁੱਛਦੇ ਹਾਂ ਵੀ ਜਿੱਦਾਂ ਦਾ ਅੰਦੋਲਨ ਸ਼ੁਰੂ ਹੋਇਆ ਉੱਥੇ ਲੰਗਰ ਕਿਹਨਾਂ ਨੇ ਲਾਇਆ, ਉੱਥੇ ਨਿਤਨੇਮ ਕੌਣ ਕਰ ਰਿਹਾ, ਉੱਥੇ ਅਰਦਾਸਾਂ ਕੌਣ ਕਰ ਰਿਹਾ। ਸਿੱਖੀ ਨੂੰ ਤੇ ਕਿਸਾਨੀ ਨੂੰ ਤੁਸੀਂ ਵੱਖ-ਵੱਖ ਪੰਜਾਬ ਚੋਂ ਕਿਵੇਂ ਦੇਖ ਸਕਦੇ ਹੋ? ਇਹ ਕਿਵੇਂ ਕੱਢ ਸਕਦੇ ਹੋ? ਕਿਸਾਨੀ ਚੋਂ ਸਿੱਖੀ ਕੱਢ ਲਓਗੇ ਜਾਂ ਸਾਡੇ ਖੂਨ ਚੋਂ ਸਿੱਖੀ ਕੱਢ ਲਓਗੇ? ਸੋ ਧਾਰਮਿਕ ਰੰਗਤ ਨਹੀਂ ਕੋਈ ਦੇ ਰਿਹਾ। ਇਹ ਅੰਦੋਲਨ ਹੀ ਧਰਮ ਦੇ ਜਜ਼ਬੇ ਚੋਂ ਲੜਿਆ ਗਿਆ, ਸਿੱਖ ਸਪਿਰਿਟ ਨਾਲ ਲੜਿਆ ਗਿਆ। ਇਸ ਗੱਲ ਨੂੰ ਪਛਾਣੋ। ਜਿਹੜੀ ਲੜਾਈ
ਜਦੋਂ ਤੁਸੀਂ ਜਾਂਦੇ ਸੀ ਨਾ ਮੀਟਿੰਗਾਂ ਕਰਨ ਵਾਸਤੇ ਸਰਕਾਰ ਨਾਲ, ਤੇ ਸਰਕਾਰ ਤੀਜੇ ਕੁ ਦਿਨ ਸੱਦਦੀ ਸੀ ਤੁਹਾਨੂੰ, ਉਹ ਇਸੇ ਕਰਕੇ ਸੱਦਦੀ ਸੀ ਕਿਉਂਕਿ ਜਿਹੜੇ ਪਤੰਦਰ ਖੜ ਗਏ ਸੀ ਉਹ ਸਟੇਟ ਨੂੰ ਚੈਲੰਜ ਕਰਦੇ ਸੀ। ਉਹ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ, ਬੀਜੇਪੀ ਨੂੰ ਜਾਂ ਕਾਂਗਰਸ ਨੂੰ ਚੈਲੰਜ ਨਹੀਂ ਕਰ ਰਹੇ ਸੀ, ਉਹ ਸਟੇਟ ਦੀ ਬਣਤਰ ਨੂੰ, ਸਟੇਟ ਦੇ ਸਟਰਕਚਰ ਨੂੰ ਚੈਲੰਜ ਕਰਦੇ ਸੀ। ਜਦੋਂ ਸਟੇਟ ਦੇ ਸਟਰਕਚਰ ਨੂੰ ਚੈਲੰਜ ਕਰ ਰਹੇ ਆ ਤਾਂ ਸਰਕਾਰ ਤੁਹਾਨੂੰ ਤੀਜੇ ਕੁ ਦਿਨ ਬੁਲਾਉਂਦੀ ਸੀ। 26 ਜਨਵਰੀ ਤੋਂ ਬਾਅਦ ਜਿੱਦਾਂ ਤੁਸੀਂ ਆਪ ਹੀ ਉਹਨਾਂ ਬੰਦਿਆਂ ਨੂੰ ਉੱਥੋਂ ਅੱਖੋਂ ਪਰੋਖੇ ਕਰਤਾ ਤੇ ਉਹਨਾਂ ਨੂੰ ਗਦਾਰ ਐਲਾਨਤਾ, ਤੁਹਾਡੀਆਂ ਉਹ ਮੀਟਿੰਗਾਂ ਵੀ ਬੰਦ ਹੋ ਗਈਆਂ। ਨਹੀਂ, ਤੁਸੀਂ ਆਪਦੀਆਂ ਟਰਮਸ ਤੇ ਜਾ ਕੇ ਜਰਨੈਲਾਂ ਵਾਂਗੂ ਬਹਿ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ। ਸੋ ਇਹਨੂੰ ਕਿਸੇ ਨੇ ਧਾਰਮਿਕ ਰੰਗਤ ਨਹੀਂ ਦਿੱਤੀ। ਇਹ ਅੰਦੋਲਨ ਹੀ ਸਿੱਖੀ ਸਪਿਰਿਟ ਚੋਂ ਲੜਿਆ ਗਿਆ। ਚਾਹੇ ਉੱਥੇ ਸੇਵਾ ਕੀਤੀ ਆ ਉਹ ਵੀ ਸਿੱਖੀ ਸਪਿਰਿਟ ਚੋਂ, ਜੋ ਬਿਰਤਾਂਤ ਆਪਾਂ ਖੜਾ ਕੀਤਾ ਉਹ ਵੀ ਸਿੱਖੀ ਸਪਿਰਿਟ ਚੋਂ, ਜੋ ਸਾਡੀ ਇੱਥੇ ਡਾਇਸਪੋਰਾ ਨੇ ਬਾਹਰ ਬੈਠ ਕੇ ਰੈਲੀਆਂ ਕੀਤੀਆਂ ਜਾਂ ਉੱਥੋਂ ਇੱਕ ਨੈਰੇਟਿਵ ਖੜਾ ਕੀਤਾ ਉਹ ਵੀ ਸਿੱਖੀ ਸਪਿਰਿਟ ਚੋਂ। ਇਹ ਤਾਂ ਪ੍ਰਤੱਖ ਆ। ਤੁਸੀਂ ਜਿਹੜੀ ਮਰਜ਼ੀ ਵੀਡੀਓ ਕੱਢ ਲਓ, ਜਿਹੜਾ ਮਰਜ਼ੀ ਗਾਣਾ ਕੱਢ ਲਓ, ਸਟੇਜ ਦੀਆਂ ਵੀਡੀਓ ਕੱਢ ਲਓ। ਅੱਜ ਤੁਸੀਂ ਇਹ ਆਪ ਗੱਲ ਮੰਨੋ ਵੀ ਤੁਸੀਂ ਵੀ ਉਸੇ ਪੰਥ ਦਾ ਹਿੱਸਾ ਹੋ, ਤੁਸੀਂ ਇਸ ਪੰਥ ਤੋਂ ਪਾਸੇ ਨਹੀਂ ਹੋ। ਸੋ ਇਹ ਗੱਲਾਂ ਸਾਡੇ ਲਈ ਕਰਨੀਆਂ ਬੜੀਆਂ ਜ਼ਰੂਰੀ ਸੀ। ਅਗਲੀ ਗੱਲ, ਜਿਵੇਂ ਤੁਸੀਂ ਬਾਰ-ਬਾਰ ਇਹ ਗੱਲਾਂ ਲਿਆਉਂਦੇ ਰਹੇ ਨਾ, ਸਾਨੂੰ ਵੀ ਪਤਾ ਸੀ ਵੀ 10 ਦਸੰਬਰ ਆ ਜਿਹੜਾ ਉਹ ਵਰਲਡ ਹਿਊਮਨ ਰਾਈਟਸ ਡੇ ਆ। ਅਸੀਂ ਵੀ ਆਪਦੇ ਬੰਦੀ ਸਿੰਘਾਂ ਦੀ ਗੱਲ ਕਰ ਸਕਦੇ ਸੀ ਉੱਥੇ, ਅਸੀਂ ਕੀਤੀ ਨਹੀਂ ਕੀਤੀ। ਤੁਸੀਂ ਉਹ ਕੋਈ ਆਂਧਰਾ 'ਚ, ਕੋਈ ਕੇਰਲਾ 'ਚ, ਕੋਈ ਹੋਰ ਜਿਹੜੇ ਬੰਦੇ ਕੋਈ ਫੜੇ ਹੋਏ ਆ ਲੈਫਟ ਦੇ, ਵੀ ਉਹਨਾਂ ਨੂੰ ਰਿਹਾ ਕਰੋ। ਅਸੀਂ ਕਦੇ ਇਸ ਗੱਲ ਨੂੰ ਪਾਸੇ ਨਹੀਂ ਲੈ ਕੇ ਗਏ ਵੀ ਇਹ ਕਿਸਾਨੀ ਦੀ ਗੱਲ ਆ, ਸਪਿਰਿਟ ਸਿੱਖੀ ਨਾਲ ਲੜਿਆ ਜਾ ਰਿਹਾ ਅੰਦੋਲਨ, ਇਹ ਤੋਂ ਪਾਸੇ ਨਹੀਂ ਗਏ। ਹੁਣ ਵੀ ਅਸੀਂ ਜਿਹੜੀ ਪੰਥਕ ਬੰਦੇ ਆ ਉਹ ਅੱਜ ਵੀ ਇਹ ਗੱਲ ਕਹਿ ਰਹੇ ਆ ਵੀ 3 ਕਾਨੂੰਨਾਂ ਦੀ ਲੜਾਈ ਸੀ। 3 ਕਾਨੂੰਨਾਂ ਦੀ ਜਿਹੜੀ ਲੜਾਈ ਆ ਉਹ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ ਤੇ ਇਹ ਗੁਰੂ ਖਾਲਸਾ ਪੰਥ ਦੀ ਜਿੱਤ ਹੋਈ ਆ। ਤੁਸੀਂ ਵੀ ਉਸ ਗੁਰੂ ਖਾਲਸਾ ਪੰਥ ਦਾ ਹਿੱਸਾ ਹੋ। ਤੁਸੀਂ ਆ ਕਹਿ ਦਿਓ ਵੀ ਤੁਸੀਂ ਨਹੀਂ ਹੋ, ਤੁਸੀਂ ਪਾਸੇ ਹੋ ਉਸ ਗੁਰੂ ਖਾਲਸਾ ਪੰਥ ਤੋਂ। ਸੋ ਜਿੱਤ ਦਾ ਜਿਹੜਾ ਇੱਕ ਤੁਹਾਡੇ ਚਿਹਰਿਆਂ ਤੇ ਨੂਰ ਹੋਣਾ ਚਾਹੀਦਾ, ਉਹਨੂੰ ਵਾਪਸ ਲੈ ਕੇ ਆਓ। ਇਹਨੂੰ ਹੋਰ ਕਿਸੇ ਗੱਲਾਂ 'ਚ ਨਾ ਫਸਾਓ ਵੀ ਦੇਖੋ ਗੁਰੂ ਨਾਨਕ ਸਾਹਿਬ ਦੇ ਦਿਨ ਤੇ ਇਹ ਐਲਾਨ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਆ। ਆਪਦੇ ਅੰਦਰੋਂ ਜਿਹੜੀ ਇੱਕ ਤੁਹਾਡੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਆ ਨਾ, ਉਹਨੂੰ ਪਾਸੇ ਰੱਖ ਕੇ ਫੈਸਲੇ ਲਓ। ਤੁਸੀਂ ਸਹੀ ਫੈਸਲੇ ਲਵੋਗੇ। ਜੇ ਉਹ ਨਫ਼ਰਤ ਆਪਦੀ ਦਿਲਾਂ 'ਚ ਰੱਖ ਕੇ ਫੈਸਲੇ ਲਓਗੇ ਤਾਂ ਤੁਹਾਡੇ ਫੈਸਲੇ ਵੀ ਸਹੀ ਨਹੀਂ ਹੋਣੇ। ਹੁਣ ਇੱਕ ਹੋਰ ਗੱਲ ਜਿਹੜੀ ਆਪਾਂ ਮੀਡੀਆ ਦੀ ਕਰ ਰਹੇ ਸੀ, ਰਾਈਟ ਵਿੰਗ ਮੀਡੀਆ ਨੇ ਤਾਂ ਸਾਨੂੰ ਭੰਡਿਆ ਹੀ ਭੰਡਿਆ ਸੀ। ਉਹ ਫੇਕ ਅਕਾਊਂਟਸ ਨੇ ਜਿਹੜਾ ਸਾਨੂੰ ਬਦਨਾਮ ਕੀਤਾ, ਹਨਾ। ਆ ਜਿਹੜਾ ਸਾਡਾ ਪੰਜਾਬੀ ਮੀਡੀਆ ਰੋਜ਼ਾਨਾ ਸਪੋਕਸਮੈਨ ਵਰਗੇ ਚੈਨਲ ਆ, ਇਹਨਾਂ ਨੇ ਵੀ ਸਾਨੂੰ ਬੜਾ ਆਈਸੋਲੇਟ ਕੀਤਾ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਹੋ ਜਿਹੇ ਮੀਡੀਆ ਤੋਂ ਵੀ ਬਚ ਕੇ ਰਹੋ। ਇਸ ਕਰਕੇ ਆਪਾਂ ਇੱਕ ਮੁਹਿੰਮ ਜਿਹੜੀ ਚਲਾਈ ਆ ਨਾ ਹੁਣ, ਵੀ ਉਹਦੇ 'ਚ ਰਾਈਟ ਵਿੰਗ ਪੇਡ ਮੀਡੀਆ ਨੂੰ ਬਾਈਕਾਟ ਕਰੋ ਤੇ ਪੰਜਾਬ ਦੇ ਉਸ ਮੀਡੀਆ ਨੂੰ ਜਿਨ੍ਹਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਵੇਂ ਕਿ ਰੋਜ਼ਾਨਾ ਸਪੋਕਸਮੈਨ, ਉਹਨਾਂ ਨੂੰ ਵੀ ਆਪਾਂ ਬਾਈਕਾਟ ਕਰਾਂਗੇ। ਬਾਈ ਜੀ, ਤੁਸੀਂ ਅੱਜ ਜਿੰਨੇ ਮਰਜ਼ੀ ਤਕੜੇ ਹੋ, ਜਿੱਡਾ ਮਰਜ਼ੀ ਤੁਹਾਡਾ ਬੇਸ ਹੋਵੇ ਪੰਜਾਬ 'ਚ, ਕਾਂਗਰਸ ਤੁਹਾਨੂੰ ਬੈਕ ਕਰਦੀ ਹੋਵੇ, ਤੁਸੀਂ ਜਮਾਂ ਉਹਨੂੰ ਕਾਂਗਰਸ ਨੂੰ ਪਲੇਟਫਾਰਮ ਦਿੰਦੇ ਹੋ। ਪਰ ਅਸੀਂ ਇਹ ਗੱਲ ਲੈ ਕੇ ਆਉਣੇ ਆ ਵੀ ਸੱਚ ਤੇ ਜੇ ਤੁਸੀਂ ਨਹੀਂ ਖੜਦੇ, ਔਰ ਤੁਸੀਂ ਨਹੀਂ ਖੜੇ, ਤੁਸੀਂ ਬੜਾ ਆਪਦੇ ਇੱਕ ਨੈਰੇਟਿਵ ਨੂੰ ਅਕੋਮੋਡੇਟ ਕਰਕੇ ਤੇ ਉਹ ਜਿਹਾ ਇੱਕ ਜਿਹੜਾ ਤੁਸੀਂ ਪ੍ਰੋਪੇਗੈਂਡਾ ਚਲਾਇਆ ਤੇ ਲੈਫਟ ਨੂੰ ਉੱਥੇ ਅਕੋਮੋਡੇਟ ਕੀਤਾ। ਇਸੇ ਤਰ੍ਹਾਂ ਕੁਝ ਨਿਊਜ਼ਪੇਪਰ ਜਿਨ੍ਹਾਂ ਨੇ ਲੈਫਟ ਨੂੰ ਅਕੋਮੋਡੇਟ ਕੀਤਾ। ਇਹ ਜਿਹੜੀ ਗੱਲ ਆ ਨਾ, ਇਹਨਾਂ ਗੱਲਾਂ ਤੋਂ ਤੁਸੀਂ ਆਪਦੇ ਆਪ ਨੂੰ, ਮੇਰੇ ਖਿਆਲ ਨਿਰਪੱਖ ਹੁੰਦਾ ਜਿਹੜਾ ਮੀਡੀਆ ਦਾ ਰੋਲ ਹੁੰਦਾ, ਉਹਨਾਂ ਦਾ ਰੋਲ ਬੜਾ ਨਿਰਪੱਖ ਹੁੰਦਾ। ਉਹ ਦੋਨੇ ਪਾਸਿਆਂ ਦੀ ਜਾਂ ਹਰ ਪਰਸਪੈਕਟਿਵ ਨੂੰ ਹਾਈਲਾਈਟ ਕਰਕੇ ਪੇਸ਼ ਕਰਦੇ ਆ ਤਾਂ ਕਿ ਲੋਕ ਡਿਸਾਈਡ ਕਰ ਸਕਣ। ਲੋਕਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ, ਲੋਕਾਂ ਨੂੰ ਨਿਊਜ਼ ਚਾਹੀਦੀ ਆ, ਲੋਕਾਂ ਨੂੰ ਵਿਊਜ਼ ਨਹੀਂ ਚਾਹੀਦੇ। ਤੁਸੀਂ ਵਿਊਜ਼ ਦੀ ਗੇਮ ਖੇਡਣ ਲੱਗ ਗਏ। ਹੁਣ ਇਹ ਦੂਜੀ ਗੱਲ। ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਵੀ ਸਿੱਖ ਲੀਡਰਸ਼ਿਪ ਨੂੰ ਵੀ ਇਸ ਟਾਈਮ ਗੱਲ ਸਮਝਣੀ ਚਾਹੀਦੀ ਆ ਵੀ ਸਾਡੇ ਕੋਲੇ ਇੱਕ ਗੋਲਡਨ ਅਪੋਰਚੁਨਿਟੀ ਆ ਇਕੱਠੇ ਹੋਣ ਦੀ। ਗੋਲਡਨ ਅਪੋਰਚੁਨਿਟੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਦਿੱਤੀ ਆ, ਇੱਕ ਮੰਚ ਤੇ ਆ ਕੇ ਆਪਦੀ ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰਕੇ ਤੇ ਭਵਿੱਖ ਦੀ ਕੋਈ ਨਾ ਕੋਈ ਰਣਨੀਤੀ ਉਲੀਕਣ ਦੀ, ਭਵਿੱਖ 'ਚ ਕੌਮ ਨੂੰ ਤੁਸੀਂ ਕਿਵੇਂ ਲੀਡ ਕਰਨਾ, ਇਸ ਰਣਨੀਤੀ ਨੂੰ ਉਲੀਕਣ ਦੀ। ਇਸ ਕਰਕੇ ਤੁਸੀਂ ਹੁਣ ਇੱਕ ਸਾਂਝੀ ਕਾਲ ਦਿਓ, ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰੋ। ਤੁਹਾਨੂੰ ਆਪੇ ਗੁਰੂ ਸਾਹਿਬ ਵਡਿਆਈਆਂ ਬਖਸ਼ਣਗੇ, ਗੁਰੂ ਸਾਹਿਬ ਸਭ ਕੁਝ ਬਖਸ਼ ਦੇਣਗੇ
ਜੇ ਤੁਸੀਂ ਸੱਚੀ ਨੀਤ ਤੇ ਸੱਚੇ ਮਨ ਨਾਲ ਤੁਰੇ। ਆਪਾਂ ਤਾਂ ਜਿੱਥੋਂ ਬਹਿ ਕੇ ਬੋਲਣ ਲੱਗੇ ਸੀ ਉੱਥੇ ਬੈਠੇ ਆ, ਉੱਥੇ ਹੀ ਕੋਈ ਕ੍ਰੈਡਿਟ ਨਹੀਂ, ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ, ਕਿਸੇ ਤਰ੍ਹਾਂ ਦੀ ਕੋਈ ਰਾਜਨੀਤਿਕ ਸਪੇਸ ਜਾਂ ਪੋਲੀਟੀਕਲ ਸਪੇਸ ਨਹੀਂ ਚਾਹੀਦੀ। ਗੱਲ ਪਹਿਲੇ ਦਿਨ ਵੀ ਉਹੀ ਕਰ ਰਹੇ ਸੀ ਤੇ ਅੱਜ ਵੀ ਉਹੀ ਕਰ ਰਹੇ ਆ। ਇਸ ਲਈ ਨਫ਼ਰਤਾਂ ਨੂੰ ਦਿਲ ਚੋਂ ਕੱਢ ਕੇ ਸਾਨੂੰ ਸਾਂਝੇ ਤੌਰ ਤੇ ਸਾਡੀ ਜਿੱਤ ਨੂੰ ਮੰਨਣਾ ਚਾਹੀਦਾ। ਇਹ ਜਿਹੜੇ ਪਾਲਾ ਇਹ ਇਤਿਹਾਸਕ ਆ, ਆਉਣ ਵਾਲੀਆਂ ਨਸਲਾਂ ਨੂੰ ਇਹਨੇ ਇੰਸਪਾਇਰ ਕਰਨਾ। ਜਿੱਤ ਨੂੰ ਨਾ ਕਿਤੇ ਆਪਸ ਚ ਖਿੱਚੋਤਾਣ ਕਰਕੇ ਜਾਂ ਕ੍ਰੈਡਿਟ ਵਾਰ ਦੇ ਚੱਕਰ ਚ ਖਰਾਬ ਕਰ ਲਿਓ, ਕਿਉਂਕਿ ਫਿਰ ਮੁੜ ਕੇ ਅਸੀਂ ਫਿਰ ਉਸੇ ਰਾਹ ਪਾਲਾਂਗੇ। ਇਸ ਜਿੱਤ ਨੂੰ ਸਾਂਭ ਕੇ ਰੱਖਣਾ ਵੀ ਕਿਸੇ ਕਿਸੇ ਨੂੰ ਆਉਂਦਾ ਹੁੰਦਾ। ਇਹਨੂੰ ਸਾਂਭਣ ਦੀ ਜਾਂਚ ਆਉਣੀ ਚਾਹੀਦੀ ਆ, ਸਾਨੂੰ ਪਰਖ ਆਉਣੀ ਚਾਹੀਦੀ ਆ ਸਮੇਂ ਦੀ, ਤੇ ਸਾਨੂੰ ਫਿਊਚਰਿਸਟਿਕ ਜਿਹੜੀ ਇੱਕ ਵਿਜ਼ਨਰੀ ਅਪਰੋਚ ਆ ਉਸ ਗੱਲ ਨਾਲ ਗਾਂ ਦਾ ਸੋਚਣਾ ਚਾਹੀਦਾ। ਚਾਹੇ ਸਾਡੀ ਕੋਈ ਪੋਲੀਟੀਕਲ ਲੀਡਰਸ਼ਿਪ ਆ, ਚਾਹੇ ਪੰਥਕ ਲੀਡਰਸ਼ਿਪ ਆ। ਐਂਡ ਇਟ ਵਾਜ਼ ਅ ਵਾਰ ਆਫ ਨੈਰੇਟਿਵਸ, ਹਨਾ, ਬਿਰਤਾਂਤ ਦੀ ਲੜਾਈ ਸੀ। ਤੁਸੀਂ ਸਟੇਟ ਦੇ ਬਿਰਤਾਂਤ ਨੂੰ ਹਰਾ ਕੇ ਇਹ ਲੜਾਈ ਜਿੱਤੀ ਆ, ਤੇ ਇਸ ਕਰਕੇ ਤੁਸੀਂ ਸਾਰੇ ਇਸ ਗੱਲ 'ਚ ਵਧਾਈ ਦੇ ਪਾਤਰ ਹੋ। ਜਿਹੜੀ ਮੈਂ ਗੱਲ ਇੱਕ ਹੋਰ ਸੰਗਤ ਨਾਲ ਕਰਨੀ ਸੀ ਉਹ ਇਹ ਆ ਵੀ ਆਪਾਂ ਸਾਰੇ ਅੰਦੋਲਨ 'ਚ, ਹਾਲਾਂਕਿ 26 ਤਰੀਕ ਤੋਂ ਬਾਅਦ ਮੇਰੀ ਉੱਥੇ ਵਿੱਚ ਕਿਤੇ ਇੱਕ ਰਾਤ ਨੂੰ ਜਾਂਦਾ ਲੰਘਦਾ ਟੱਪਦਾ ਮੈਂ ਉੱਥੇ ਚਲਾ ਜਾਂਦਾ ਸੀ। ਸਾਰੇ ਅੰਦੋਲਨ 'ਚ ਇੱਕ ਵੱਡਾ ਨੈਰੇਟਿਵ ਖੜਾ ਕੀਤਾ ਗਿਆ ਮੇਰੇ ਖਿਲਾਫ ਵੀ ਇਹ ਸ਼ਰਾਰਤੀ ਅਨਸਰ ਆ, ਇਹ ਪਲਾਂਟਡ ਆ। ਮੈਂ ਉੱਥੇ ਉਦੋਂ ਬਾਅਦ ਇਸ ਕਰਕੇ ਆਪਦੀ ਦੂਰੀ ਵੀ ਬਣਾਈ ਰੱਖੀ। ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਹ ਕਹਿ ਹੀ ਗਿਆ ਵੀ ਤੁਸੀਂ ਅੰਦੋਲਨ ਨਾਲ ਜੁੜੋ, ਆਪਦੀ ਦੂਰੀ ਬਣਾਈ ਰੱਖੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਵੀ ਕਿਸੇ ਵੀ ਮੌਕੇ ਤੇ ਫੇਰ ਮੇਰੇ ਵੱਲ ਨੂੰ ਸੂਈ ਆ ਜੇ, ਕਿਉਂਕਿ ਬਣਿਆ ਬਣਾਇਆ ਬਿਰਤਾਂਤ ਖੜਾ, ਬਣਿਆ ਬਣਾਇਆ ਬਿਰਤਾਂਤ ਖੜਾ ਵੀ ਆਹ ਵੇਖੋ ਇਹਨੇ ਕਰਤਾ, ਹਨਾ। ਇਸ ਕਰਕੇ ਮੈਂ ਆਪਦੇ ਆਪ ਨੂੰ ਉੱਥੋਂ ਪਾਸੇ ਰੱਖਿਆ। ਸਾਡੀ ਸਾਰੀ ਟੀਮ, ਚਾਹੇ ਸਾਡੇ ਬਾਬਾ ਤਲਵਾੜਾ ਜੀ ਹੋਣ ਜਾਂ ਗੁਰਮੀਤ ਬਾਈ ਅਰਗੇ, ਗੁਰਮੀਤ ਬਾਈ ਮੋਗੇ ਤੋਂ, ਕੁਲਵੰਤ ਬਾਈ ਭਾਣੇ ਅਰਗੇ, ਮਨਜੀਤ ਆਪਣਾ ਸਰਪੰਚ, ਡਾਕਟਰ ਉਦੋਕੇ ਜਿਹੜਾ ਪਹਿਲੇ ਦਿਨ ਤੋਂ ਜਿੱਦੇ ਸਟੇਜ ਟਰਾਲੀ ਤੇ ਲਾਈ ਆ ਉੱਥੇ ਉਹਦੇ ਨਾਲ ਸੀ, ਜਿਨ੍ਹਾਂ ਨੇ ਬਰਾੜੀ ਜਾਣ ਤੋਂ ਸਾਰਿਆਂ ਨੂੰ ਰੋਕਿਆ। ਇਹਨਾਂ ਸਾਰਿਆਂ ਨੂੰ ਜਿੱਤ 'ਚ ਸ਼ਾਮਲ ਕਰੋ ਬਾਈ, ਵੱਡਾ ਇੱਕ ਦਿਲ ਰੱਖ ਕੇ ਐਮਬਰੇਸ ਕਰੋ ਹੁਣ, ਹਨਾ, ਸਮਾਓ ਆਪਦੇ 'ਚ ਸਾਰਿਆਂ ਨੂੰ, ਇੱਕ ਆਪਦੇ ਬੰਦਿਆਂ ਨੂੰ ਹੁਣ ਪਛਾਣੋ, ਤੇ ਅਸੀਂ ਇਹਨਾਂ ਸਾਰਿਆਂ ਨੂੰ ਜਿੱਤ 'ਚ ਸ਼ਾਮਲ ਕਰਕੇ ਸਾਰਿਆਂ ਨੂੰ ਸਨਮਾਨ ਦਈਏ। ਸਾਰੇ ਵਧਾਈ ਦੇ ਪਾਤਰ ਆ।